सत श्री अकाल जी। होर तुहाडे की हाल चाल ने? होप सो सब वधिया होगा। ਜਿਹੜੇ ਲੋਕ ਕਹਿੰਦੇ ਆ ਕਿ ਕਿਸਾਨਾਂ ਦੇ ਇਹਨਾਂ ਧਰਨਿਆਂ ਦੇ ਨਾਲ, ਇਹਨਾਂ ਦੇ ਇਹ ਰੇਲਾਂ ਰੋਕਣ ਦੇ ਨਾਲ ਤੇ ਟੋਲ ਪਲਾਜ਼ਿਆਂ ਨੂੰ ਬੰਦ ਕਰਾਉਣ ਦੇ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪਿਆ, ਤਾਂ ਤੁਸੀਂ 100% ਗਲਤ ਹੋ। ਫਰਕ ਤਾਂ ਛੱਡੋ, ਕੇਂਦਰ ਸਰਕਾਰ ਦੀਆਂ ਇਹਨਾਂ ਚੀਜ਼ਾਂ ਕਰਕੇ ਚੀਕਾਂ ਤੱਕ ਨਿਕਲ ਚੁੱਕੀਆਂ ਨੇ, ਪਰ ਸਰਕਾਰ ਆਪਣੀ ਇਸ ਬੁਰੀ ਹਾਲਤ ਨੂੰ ਨਾ ਤਾਂ ਦੱਸ ਰਹੀ ਆ ਤਾਂ ਨਾ ਇਸ ਨੁਕਸਾਨ ਦੇ ਅੰਕੜਿਆਂ ਨੂੰ ਲੋਕਾਂ ਦੇ ਵਿੱਚ ਆਉਣ ਦਿੱਤਾ ਜਾ ਰਿਹਾ ਹੈ। ਕਿਉਂਕਿ ਉਹਨਾਂ ਨੂੰ ਪਤਾ, ਜੇ ਉਹਨਾਂ ਦੇ ਸਹੀ ਅੰਕੜੇ ਤੇ ਸਹੀ ਨੁਕਸਾਨ ਲੋਕਾਂ ਦੇ ਸਾਹਮਣੇ ਆ ਗਿਆ ਤਾਂ ਕਿਸਾਨਾਂ ਨੇ ਇਸ ਨੁਕਸਾਨ ਨੂੰ ਹੋਰ ਵੱਡਾ ਕਰਨ ਦੇ ਲਈ ਸੰਘਰਸ਼ ਹੋਰ ਤੇਜ਼ ਕਰ ਦੇਣਾ। ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਕਿ ਕਿਸਾਨਾਂ ਦਾ ਇਹ ਵਿਰੋਧ, ਜਿਹਦੇ ਵਿੱਚ ਟੋਲ ਪਲਾਜ਼ੇ ਬੰਦ ਕਰਾਉਣਾ, ਕਾਰਪੋਰੇਟ ਘਰਾਣਿਆਂ ਦਾ ਘਿਰਾਵ ਕਰਨਾ, ਰੇਲ ਰੋਕਣਾ, ਆਲਮੋਸਟ 17ਵੇਂ 18ਵੇਂ ਦਿਨ 'ਚ ਪਹੁੰਚ ਗਿਆ। ਤੇ ਜੇ ਅੰਮ੍ਰਿਤਸਰ ਵਾਲੇ ਰੇਲ ਰੋਕੋ ਧਰਨੇ ਦੀ ਗੱਲ ਕੀਤੀ ਜਾਵੇ ਤਾਂ ਉਹ 24ਵੇਂ 25ਵੇਂ ਦਿਨ 'ਚ ਪਹੁੰਚ ਚੁੱਕਿਆ ਹੈ। ਤੇ ਇਸ ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਜਦੋਂ ਸਰਸੇ ਵਾਲੇ ਦਾ ਰੌਲਾ ਪਿਆ ਸੀਗਾ ਤੇ 3-4 ਦਿਨ ਲਈ ਪੰਜਾਬ ਦੀਆਂ ਸਰਕਾਰੀ ਬੱਸਾਂ ਬੰਦ ਹੋਈਆਂ ਸੀਗੀਆਂ, ਤਾਂ ਸਿਰਫ 4 ਦਿਨ ਦੇ ਵਿੱਚ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ। ਤੇ ਉਸੇ ਹਿਸਾਬ ਨਾਲ ਕੇਂਦਰ ਸਰਕਾਰ ਦੇ ਵਿੱਚ ਰੇਲਵੇ ਦੀ ਅਹਿਮੀਅਤ ਨੂੰ ਦੇਖਿਆ ਜਾਵੇ ਤਾਂ ਰੇਲਵੇ ਇੱਕ ਐਸਾ ਡਿਪਾਰਟਮੈਂਟ ਆ ਜਿਹੜਾ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਫਿਟ ਕੱਢ ਕੇ ਦਿੰਦਾ ਹੈ ਕੇਂਦਰ ਸਰਕਾਰ ਨੂੰ। ਤੇ ਉਹ ਡਿਪਾਰਟਮੈਂਟ ਦੇ ਵਿੱਚ ਮਾਲ ਗੱਡੀਆਂ ਨੇ ਜਿਹੜੀਆਂ ਸਭ ਤੋਂ ਜ਼ਿਆਦਾ ਕਮਾਈ ਕਰਕੇ ਦਿੰਦੀਆਂ ਨੇ, ਤੇ ਪੰਜਾਬ ਦੇ ਇਹਨਾਂ ਧਰਨਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਮਾਲ ਗੱਡੀਆਂ ਹੀ ਬੰਦ ਹੋਈਆਂ ਨੇ। ਤੇ ਹੁਣ ਤੁਸੀਂ ਇਸ ਘਾਟੇ ਦਾ ਅੰਦਾਜ਼ਾ ਤੇ ਇਸ ਘਾਟੇ ਦੇ ਨਾਲ ਨਿਕਲੀਆਂ ਬੀਜੇਪੀ ਸਰਕਾਰ ਦੀਆਂ ਚੀਕਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਜਿਹੜਾ ਮੋਦੀ ਪਿਛਲੇ 6 ਸਾਲ ਤੋਂ ਆਪਣੇ ਕਿਸੇ ਵੀ ਫੈਸਲੇ ਦੇ ਉੱਤੇ ਦੁਬਾਰਾ ਨਹੀਂ ਬੋਲਿਆ, ਚਾਹੇ ਉਹ ਫੈਸਲਾ NRC ਦਾ ਹੋਵੇ, ਚਾਹੇ ਉਹ ਫੈਸਲਾ GST ਦਾ ਹੋਵੇ, ਚਾਹੇ ਉਹ ਫੈਸਲਾ ਨੋਟਬੰਦੀ ਦੇ ਹੋ ਰਹੇ ਵਿਰੋਧ ਦਾ ਹੋਵੇ, ਤੇ ਚਾਹੇ ਉਹ ਜੰਮੂ ਕਸ਼ਮੀਰ ਦੇ ਹੋ ਰਹੇ ਵਿਰੋਧ ਦਾ ਹੋਵੇ, ਉਹ ਕਦੇ ਵੀ ਦੁਬਾਰਾ ਨਹੀਂ ਬੋਲਿਆ। ਪਰ ਇਸ ਖੇਤੀਬਾੜੀ ਬਿੱਲ ਦੇ ਉੱਤੇ ਘੱਟੋ ਘੱਟ 7 ਤੋਂ 8 ਵਾਰ ਬੋਲ ਚੁੱਕਿਆ। ਤੇ ਨੰਬਰ 2, ਸਿਰਫ 13 MP ਵਾਲੇ ਰਾਜ ਪੰਜਾਬ, ਜਿਹਨੂੰ ਪਹਿਲਾਂ ਕਦੇ ਕੋਈ ਅਹਿਮੀਅਤ ਹੀ ਨਹੀਂ ਦਿੱਤੀ ਗਈ ਤੇ ਕੋਈ ਵੀ ਵੱਡਾ ਫੈਸਲਾ ਲੈਣ ਲੱਗੇ ਇਹ ਤੋਂ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ ਗਿਆ। ਅੱਜ ਘਾਟੇ ਤੇ ਚੀਕਾਂ ਦੀ ਇਹ ਹਾਲਤ ਆ ਕਿ ਆਪਣੇ 8 ਕੈਬਨਿਟ ਦੇ ਮੰਤਰੀ ਤੇ ਪੂਰੀ ਫੋਰਸ ਦੀ ਡਿਊਟੀ ਲਗਾ ਦਿੱਤੀ ਹੈ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਮਨਾਉਣ ਦੇ ਲਈ। ਹਰ ਵਾਰ ਅਗਰ ਇਦਾਂ ਦੀ ਕੋਈ ਸਥਿਤੀ ਹੁੰਦੀ ਹੈ ਜਿੱਥੇ ਕਿ ਕੇਂਦਰ ਸਰਕਾਰ ਨੂੰ ਕਿਸੇ ਤਰੀਕੇ ਦਾ ਕੋਈ ਘਾਟਾ ਖਾਣਾ ਪੈਂਦਾ ਆ ਜਾਂ ਘਾਟਾ ਪੈਂਦਾ ਆ, ਜਾਂ ਰੇਲਵੇ ਦੇ ਵਿੱਚ ਜਾਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ, ਤਾਂ 1 ਹਫ਼ਤੇ ਦੇ ਅੰਦਰ ਉਹ ਡਾਟਾ ਪਬਲਿਕ ਹੋ ਜਾਂਦਾ ਹੁੰਦਾ ਕਿ ਕਿੰਨਾ ਕੁ ਵੱਡਾ ਘਾਟਾ ਪਿਆ। ਪਰ ਇਸ ਵਾਰ ਉਹ ਡਾਟਾ ਬਾਹਰ ਹੀ ਨਹੀਂ ਆਉਣ ਦਿੱਤਾ ਜਾ ਰਿਹਾ। ਨਾ ਰੇਲਵੇ ਨੇ ਉਹ ਡਾਟਾ ਕੱਢਿਆ ਤੇ ਨਾ ਹੀ ਭਾਰਤ ਸਰਕਾਰ ਨੇ। ਤਾਂ ਇੱਥੋਂ ਸੰਕੇਤ ਮਿਲਦੇ ਨੇ ਕਿ ਘਾਟਾ ਕਿੱਡਾ ਕੁ ਵੱਡਾ ਹੈ। ਤੇ ਇਹ ਵਾਕਈ ਹੀ ਸਾਡੇ ਕਿਸਾਨਾਂ ਦੇ ਲਈ ਤੇ ਹਰ ਉਸ ਇਨਸਾਨ ਦੇ ਲਈ ਜੋ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਆ, ਉਹਦੇ ਲਈ ਹੌਸਲੇ ਦੀ ਗੱਲ ਆ ਕਿ ਤੁਸੀਂ ਆਪਣੇ ਹੌਸਲੇ ਨਾਲ ਦਿੱਲੀ ਤੱਕ ਕੰਬਾਤੀ ਆ। ਤੇ ਹੁਣ ਸਾਨੂੰ ਆਪਣੇ ਆਸ-ਪਾਸ ਵੀ ਨਜ਼ਰ ਮਾਰਨੀ ਪੈਣੀ ਆ ਕਿ ਇਹ ਜੋ ਚੱਲ ਰਿਹਾ ਉਹ ਤਾਂ ਚੱਲ ਹੀ ਰਿਹਾ, ਪਰ ਇਸ ਤੋਂ ਬਿਨਾਂ ਹੋਰ ਕੀ ਚੱਲ ਰਿਹਾ। ਇਹ ਰਾਜਨੀਤਿਕ ਪਾਰਟੀਆਂ ਜਾਂ ਗਲਤ ਤਾਕਤਾਂ ਹੋਰ ਵਿੱਚ ਐਸਾ ਕੀ ਕਰ ਰਹੀਆਂ ਨੇ ਜਾਂ ਕੀ ਗੇਮ ਘੁਮਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਤੇ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਸਾਡੇ ਕਿਸਾਨਾਂ ਦੇ ਪੁਰਾਣੇ ਸੰਘਰਸ਼ ਨੂੰ ਰਫਾ-ਦਫਾ ਕਰਾਉਣ ਲਈ ਜਿਹੜੀ ਗੰਦੀ ਚਾਲ ਚੱਲੀ ਗਈ ਸੀ ਉਹ ਇਸ ਵਾਰ ਫੇਰ ਰਿਪੀਟ ਕੀਤੀ ਗਈ ਹੈ। ਉਹ ਆ ਸਾਡੇ ਗੁਰੂ ਸਾਹਿਬ ਦੀ ਬੇਅਦਬੀ। ਤੇ ਇਸ ਵਾਰ ਸਾਨੂੰ ਇਮੋਸ਼ਨਲ ਹੋ ਕੇ ਡਾਇਵਰਟ ਹੋਣ ਦੀ ਥਾਂ ਤੇ ਦਿਲ ਦੇ ਨਾਲ ਦਿਮਾਗ ਨੂੰ ਵੀ ਵਰਤਣਾ ਪਊਗਾ, ਜੋ ਮੋਸਟ ਆਫ ਲੋਕ ਵਰਤ ਵੀ ਰਹੇ ਨੇ। ਹਾਂ, ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਬਹੁਤ ਜ਼ਰੂਰੀ ਆ, ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਇੱਕੋ ਵੇਲੇ 2 ਸੰਘਰਸ਼ ਨਹੀਂ ਵਿੱਢੇ ਜਾ ਸਕਦੇ। ਤੇ ਰਾਜਨੀਤਿਕ ਪਾਰਟੀਆਂ ਜਾਂ ਸਰਕਾਰਾਂ ਚਾਹੁੰਦੀਆਂ ਨੇ ਕਿ ਸਾਡਾ ਸੰਘਰਸ਼ ਡਾਇਵਰਟ ਹੋਵੇ, ਅਸੀਂ ਆਪਸ ਦੇ ਵਿੱਚ ਵੰਡੇ ਜਾਈਏ, ਤੇ ਇਹ ਸਾਰੀਆਂ ਚੀਜ਼ਾਂ ਇੱਕ ਟ੍ਰਿਕੀ ਤਰੀਕੇ ਦੇ ਨਾਲ ਖਤਮ ਕੀਤੀਆਂ ਜਾ ਸਕਣ। ਕਿਉਂਕਿ ਹਰ ਵਾਰ ਸਾਨੂੰ ਪੰਜਾਬੀਆਂ ਨੂੰ ਜਦੋਂ ਅਸੀਂ ਕੋਈ ਵੀ ਸੰਘਰਸ਼ ਕਰ ਰਹੇ ਹੁੰਦੇ ਹਾਂ ਤਾਂ ਇੱਕ ਧਾਰਮਿਕ ਮੁੱਦਾ ਦੇ ਕੇ ਸਾਨੂੰ ਡਾਇਵਰਟ ਕਰ ਦਿੱਤਾ ਜਾਂਦਾ ਤੇ ਆਪਣੀਆਂ ਕੋਝੀਆਂ ਚਾਲਾਂ ਦੇ ਵਿੱਚ ਪਾ ਕੇ ਸਾਨੂੰ ਵਰਤ ਲਿਆ ਜਾਂਦਾ। ਤੇ ਦੂਜੇ ਨੰਬਰ ਦੇ ਉੱਤੇ ਸਾਨੂੰ ਇਹ ਵੀ ਨੋਟ ਕਰਨਾ ਪਊਗਾ ਕਿ ਸਾਡੀ ਇੰਨੀ ਨਫ਼ਰਤ ਦੇ ਬਾਵਜੂਦ, ਸਾਡੀ ਨਫ਼ਰਤ ਨੂੰ ਵਰਤ ਕੇ ਬੀਜੇਪੀ ਆਪਣੀ ਹੋਂਦ ਖੜੀ ਕਰਨ ਲੱਗ ਚੁੱਕੀ ਆ ਪੰਜਾਬ ਦੇ ਅੰਦਰ। ਤੁਸੀਂ ਕਹਿਣਾ ਨਹੀਂ ਇਹ ਪੋਸੀਬਲ ਨਹੀਂ, ਪਰ ਮੈਂ ਤੁਹਾਨੂੰ ਪੁੱਛਦਾ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਕਿਹਨੂੰ ਪਤਾ ਸੀਗਾ ਕਿ ਪੰਜਾਬ ਦਾ ਬੀਜੇਪੀ ਦਾ ਪ੍ਰਧਾਨ ਕੌਣ? ਮੈਨੂੰ ਤਾਂ ਨਹੀਂ ਪਤਾ ਸੀਗਾ, ਤੇ ਮੈਂ ਜਿਨ੍ਹਾਂ ਨੂੰ ਜਾਣਦਾ ਉਹਨਾਂ ਨੂੰ ਕਿਸੇ ਨੂੰ ਵੀ ਨਹੀਂ ਪਤਾ ਸੀਗਾ। ਪਰ ਬੀਜੇਪੀ ਨੇ ਐਸੀ ਨੈਗੇਟਿਵ ਕੰਪੇਨਿੰਗ ਸ਼ੁਰੂ ਕੀਤੀ, ਐਸੀ ਪ੍ਰਮੋਸ਼ਨ ਸ਼ੁਰੂ ਕੀਤੀ ਕਿ ਅੱਜ ਕੱਲੇ ਬੰਦੇ ਨੂੰ ਪਤਾ ਕਿ ਅਸ਼ਵਨੀ ਸ਼ਰਮਾ ਪੰਜਾਬ ਦਾ ਬੀਜੇਪੀ ਦਾ ਪ੍ਰਧਾਨ ਆ। ਤੇ ਪਿਛਲੇ 3-4 ਦਿਨਾਂ ਤੋਂ ਅਸ਼ਵਨੀ ਸ਼ਰਮਾ ਸਾਰੇ ਚੈਨਲਾਂ ਦੇ ਉੱਤੇ, ਸਪੈਸ਼ਲੀ ਪੰਜਾਬੀ ਚੈਨਲਾਂ ਦੇ ਉੱਤੇ ਛਾਇਆ ਹੋਇਆ ਕਿ ਕਿਸਾਨਾਂ ਨੇ ਇਹਦੇ ਉੱਤੇ ਹਮਲਾ ਕਰਤਾ। ਤੇ ਜੇ ਸਾਡੇ ਕਿਸਾਨਾਂ ਨੇ, ਸਾਡੇ ਲੋਕਾਂ ਨੇ ਇਹਦੇ ਉੱਤੇ ਹਮਲਾ ਕੀਤਾ ਹੁੰਦਾ ਤਾਂ ਇਹਦੀ ਸ਼ਕਲ ਦਾ ਹੁਲੀਆ ਕੁਝ ਹੋਰ ਹੋਣਾ ਸੀ, ਐਦਾਂ ਨਹੀਂ ਹੋਣਾ ਸੀ। ਸੋ ਭਾਜਪਾ ਦੀ ਜਿਹੜੀ ਨੈਗੇਟਿਵ ਕੰਪੇਨਿੰਗ ਹੈਗੀ ਆ, ਇਹਦਾ ਵੀ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ
19 ਦੀਆਂ ਜਿਹੜੀਆਂ ਇਲੈਕਸ਼ਨਾਂ ਸੀਗੀਆਂ ਉਹਦੇ ਵਿੱਚ ਵੀ ਇਹਨਾਂ ਨੇ ਕਈ ਸੂਬਿਆਂ ਦੇ ਵਿੱਚ ਨੈਗੇਟਿਵ ਕੰਪੇਨਿੰਗ ਕੀਤੀ ਸੀ, ਜਿਹਦੇ ਰਿਜ਼ਲਟ ਇਹਨਾਂ ਨੂੰ ਬਹੁਤ ਪੋਜ਼ਿਟਿਵ ਆਏ ਸੀਗੇ। ਤੇ ਦੂਜੇ ਨੰਬਰ ਦੇ ਉੱਤੇ ਜਿਹੜੀ ਪਾਰਟੀ ਦਾ ਅਕਾਲੀਆਂ ਤੋਂ ਬਿਨਾਂ ਇੱਥੇ ਹੋਂਦ ਹੀ ਨਹੀਂ ਸੀਗੀ, ਉਹਦਾ ਹੋਂਦ ਵਿੱਚ ਆਉਣਾ, ਉਹਦੇ ਬਾਰੇ ਚਰਚਾ ਹੋਣੀ ਵੀ ਪੰਜਾਬ ਦੇ ਲਈ ਕੋਈ ਬਹੁਤ ਵਧੀਆ ਸੰਕੇਤ ਨਹੀਂ ਹੈਗੀ। ਇੱਕ ਗੱਲ ਹੋਰ ਜੋ ਸਾਡੇ ਲਈ ਸਮਝਣੀ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਬੀਜੇਪੀ ਇੱਕ ਹੋਰ ਸਮਾਰਟ ਚਾਲ ਚੱਲ ਰਹੀ ਆ, ਜਿਹਦੇ ਵਿੱਚ ਉਹ ਇਹ ਸਾਰੇ ਮੁੱਦੇ ਨੂੰ ਕਿਸਾਨ ਵਰਸਸ ਸਰਕਾਰ ਤੋਂ ਹਟਾ ਕੇ ਬੀਜੇਪੀ ਵਰਸਸ ਕਾਂਗਰਸ ਬਣਾ ਰਹੀ ਆ, ਜਿਹਦੇ ਵਿੱਚ ਪਿੱਛੇ ਉਹਨਾਂ ਨੇ ਅਸ਼ਵਨੀ ਸ਼ਰਮਾ ਤੇ ਹਮਲਾ ਕਰਾਇਆ ਤੇ ਉਸ ਤੋਂ ਬਾਅਦ ਆਪ ਹੀ ਥਾਂ-ਥਾਂ ਤੇ ਜਾ ਕੇ ਕਾਂਗਰਸ ਦੇ ਪੁਤਲੇ ਫੂਕਣੇ ਸ਼ੁਰੂ ਕਰਤੇ। ਤੇ ਇਸੇ ਪ੍ਰੋਪੋਗੰਡੇ ਦੇ ਵਿੱਚ ਜਾਣੇ ਜਾਂ ਅਣਜਾਣੇ ਕਾਂਗਰਸ ਵੀ ਸ਼ਾਮਲ ਹੋ ਗਈ। ਉਹ ਥਾਂ-ਥਾਂ ਦੇ ਉੱਤੇ ਆਪਣੇ ਝੰਡੇ ਲੈ ਕੇ ਧਰਨੇ ਦੇਣ ਲੱਗੀ ਤੇ ਰਵਨੀਤ ਬਿੱਟੂ ਵਰਗੇ ਐਮਪੀ ਕਹਿੰਦੇ ਹਾਂਜੀ ਹਮਲਾ ਅਸੀਂ ਹੀ ਕਰਾਇਆ। ਸਾਨੂੰ ਇਹ ਗੱਲ ਸਮਝਣੀ ਪਊਗੀ ਕਿ ਆਮ ਇਨਸਾਨ ਵਰਸਸ ਸਰਕਾਰ ਜਾਂ ਕਿਸਾਨ ਵਰਸਸ ਸਰਕਾਰ ਇੱਕ ਅਲੱਗ ਚੀਜ਼ ਆ ਤੇ ਰਾਜਨੀਤਿਕ ਪਾਰਟੀ ਵਰਸਸ ਰਾਜਨੀਤਿਕ ਪਾਰਟੀ ਇੱਕ ਅਲੱਗ ਚੀਜ਼ ਆ। ਹੋ ਸਕਦਾ ਦੇਖਣ ਨੂੰ ਇਹ ਵੱਡੀ ਲੱਗਦੀ ਹੋਵੇ ਪਰ ਰਿਜ਼ਲਟ ਕੱਢਣ ਦੇ ਵਿੱਚ ਇਹ ਜ਼ੀਰੋ ਹੁੰਦੀ ਆ। ਸੋ ਇਸ ਕਿਸਾਨੀ ਸੰਘਰਸ਼ ਨੂੰ ਸਹੀ ਤਰੀਕੇ ਦੇ ਨਾਲ ਲੜਨ ਦੇ ਲਈ ਜਿੱਥੇ ਵੀ ਰਾਜਨੀਤਿਕ ਝੰਡੇ ਹੋਣ ਉੱਥੇ ਜਾਣ ਤੋਂ ਗੁਰੇਜ਼ ਕਰੋ, ਜਾਂ ਆਪਣੇ ਕਿਸੇ ਵੀ ਕਿਸਾਨੀ ਧਰਨੇ ਦੇ ਵਿੱਚ ਰਾਜਨੀਤਿਕ ਝੰਡੇ ਨੂੰ ਲਿਆਉਣ ਤੋਂ ਗੁਰੇਜ਼ ਕਰੋ। ਅਦਰਵਾਈਜ਼ ਇਦਾਂ ਦੇ ਵਿਰੋਧ ਨੂੰ ਬੀਜੇਪੀ ਵਿਕਾਊ ਮੀਡੀਆ ਦੀ ਸਹਾਇਤਾ ਦੇ ਨਾਲ ਰਾਜਨੀਤਿਕ ਰੰਗ ਦੇ ਕੇ ਖਤਮ ਕਰਨ ਦੇ ਵਿੱਚ ਮਹਾਰਤ ਰੱਖਦੀ ਆ। ਤੇ ਦੂਜੇ ਨੰਬਰ ਦੇ ਉੱਤੇ ਆਪਣੇ ਇਸ ਸੰਘਰਸ਼ ਨੂੰ ਹੋਰ ਜ਼ਿਆਦਾ ਸਟਰੋਂਗ ਕਰਨ ਦੇ ਲਈ ਬੀਜੇਪੀ ਨੂੰ ਵੀਕ ਕਰਨਾ ਪੈਣਾ, ਕਿਉਂਕਿ ਬੀਜੇਪੀ ਇੰਨੀ ਕਿ ਜ਼ਿਆਦਾ ਬਹੁਮਤ ਦੇ ਵਿੱਚ ਹੈਗੀ ਆ ਕਿ ਉਹ ਇੱਕ ਹੰਕਾਰੀ ਪਾਰਟੀ ਦਾ ਰੂਪ ਧਾਰਨ ਕਰ ਚੁੱਕੀ ਆ। ਉਹ ਇੱਕ ਹਿਟਲਰ ਫੀਲ ਦੇਣ ਲੱਗ ਗਈ ਆ ਤੇ ਉਸ ਨੂੰ ਕਮਜ਼ੋਰ ਕਰਨ ਦੇ ਲਈ ਉਸ ਤੇ ਰਾਜਨੀਤਿਕ ਸੱਟਾਂ ਮਾਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ। ਜਿਵੇਂ ਕਿ ਪਹਿਲੀ ਸੱਟ ਸ਼ਿਵ ਸੈਨਾ ਨੇ ਮਹਾਰਾਸ਼ਟਰ ਵਿੱਚ ਮਾਰੀ ਸੀਗੀ ਤੇ ਉਹਦੇ ਨਾਲ ਆਪਣਾ ਗਠਬੰਧਨ ਤੋੜਿਆ ਸੀਗਾ, ਜਿਸ ਤੋਂ ਬਾਅਦ ਉਹਨਾਂ ਦੀ ਬਣੀ ਬਣਾਈ ਸਰਕਾਰ ਖਤਮ ਹੋ ਗਈ ਸੀ ਤੇ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਬੀਜੇਪੀ ਦਾ ਉਸ ਦੇ ਵਿੱਚ। ਤੇ ਜਿਸ ਤੋਂ ਬਾਅਦ ਹੁਣ ਕੰਗਣਾ ਵਰਗੇ ਡਰਾਮੇ ਕੀਤੇ ਗਏ, ਉਹ ਇਸੇ ਗੁੱਸੇ ਦਾ ਨਤੀਜਾ ਸੀ ਸਾਰਾ। ਤੇ ਦੂਜਾ ਬੀਜੇਪੀ ਦਾ ਸਭ ਤੋਂ ਪੁਰਾਣਾ ਗਠਬੰਧਨ ਇਸ ਪੰਜਾਬ ਦੇ ਵਿੱਚ ਟੁੱਟਿਆ, ਜਿਹੜੀ ਕਿ ਇਸ ਕਿਸਾਨੀ ਸੰਘਰਸ਼ ਦੀ ਸਭ ਤੋਂ ਵੱਡੀ ਕਾਮਯਾਬੀ ਵੀ ਆ, ਕਿਉਂਕਿ ਕਿਸੇ ਇੱਕ ਬਿੱਲ ਤੇ ਉਹਨਾਂ ਦੇ ਹੀ ਕੈਬਨਿਟ ਮਿਨਿਸਟਰ ਦਾ ਅਸਤੀਫਾ ਦੇ ਦੇਣਾ ਤੇ ਉਸ ਬਿੱਲ ਕਰਕੇ ਹੀ ਇੱਕ ਸਭ ਤੋਂ ਪੁਰਾਣਾ ਗਠਬੰਧਨ ਟੁੱਟ ਜਾਣਾ ਕੋਈ ਬਹੁਤ ਵਧੀਆ ਸੰਕੇਤ ਨਹੀਂ ਹੁੰਦੇ ਕਿਸੇ ਪਾਰਟੀ ਦੇ ਲਈ, ਤੇ ਉਸ ਪਾਰਟੀ ਦੀਆਂ ਜੜ੍ਹਾਂ ਕਮਜ਼ੋਰ ਕਰਨ ਦੇ ਲਈ ਬਹੁਤ ਵਧੀਆ ਹੁੰਦੇ ਆ। ਤੇ ਇਹ ਸਭ ਹੋਇਆ ਸਾਡੇ ਲੋਕਾਂ ਦੇ ਦਿੱਤੇ ਪ੍ਰੈਸ਼ਰ ਕਰਕੇ, ਕਿਉਂਕਿ ਜੇ ਲੋਕਾਂ ਦਾ ਇੰਨਾ ਪ੍ਰੈਸ਼ਰ ਨਾ ਹੁੰਦਾ ਤੇ ਕਿਸਾਨਾਂ ਦਾ ਸੰਘਰਸ਼ ਇੰਨਾ ਵਜ਼ਨਦਾਰ ਨਾ ਹੁੰਦਾ ਤਾਂ ਅਕਾਲੀ ਦਲ ਕਦੇ ਵੀ ਬੀਜੇਪੀ ਦੇ ਨਾਲ ਆਪਣਾ ਗਠਬੰਧਨ ਨਹੀਂ ਤੋੜਦਾ ਸੀ। ਇਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ। ਤੇ ਬੀਜੇਪੀ ਦਾ ਤੀਜਾ ਵੱਡਾ ਗਠਬੰਧਨ ਹਰਿਆਣੇ ਵਿੱਚ ਆ ਤੇ ਹਰਿਆਣੇ ਵਿੱਚ ਬੀਜੇਪੀ ਦੀ ਸਰਕਾਰ ਵੀ ਆ ਤੇ ਬੀਜੇਪੀ ਦਾ ਇਸ ਟਾਈਮ ਸਭ ਤੋਂ ਵੱਧ ਜ਼ੋਰ ਹਰਿਆਣੇ ਵਿੱਚ ਲੱਗਿਆ ਹੋਇਆ, ਕਿਉਂਕਿ ਹਰਿਆਣੇ ਦੀ ਸਰਕਾਰ ਬਣਾਉਣ ਦੇ ਲਈ ਸਿਰਫ ਇੱਕ ਗਠਬੰਧਨ ਨਹੀਂ ਆ, ਉਹਦੇ ਵਿੱਚ 5 ਇੰਡੀਪੈਂਡੈਂਟ ਐਮਐਲਏ ਵੀ ਸ਼ਾਮਿਲ ਨੇ। ਤੇ ਇਸ ਕਰਕੇ ਉੱਥੇ ਇਸ ਸਰਕਾਰ ਨੂੰ ਤੋੜਨਾ ਬਹੁਤ ਹੀ ਜ਼ਿਆਦਾ ਆਸਾਨ ਆ ਤੇ ਇਸ ਗਠਬੰਧਨ ਨੂੰ ਵੀ ਤੋੜਨਾ ਬਹੁਤ ਹੀ ਜ਼ਿਆਦਾ ਆਸਾਨ ਆ, ਜਿਸ ਤੋਂ ਬਾਅਦ ਉਹਨਾਂ ਦੀ ਸਰਕਾਰ ਵੀ ਖਤਮ ਹੋ ਜਾਊਗੀ ਤੇ ਕਾਂਗਰਸ ਕੋਲੇ ਵੀ ਇੱਕ ਮੌਕਾ ਹੋਊਗਾ ਆਪਣੀ ਸਰਕਾਰ ਬਣਾਉਣ ਦਾ। ਸੋ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਪਲਾਨ ਕਰਕੇ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਇਹਨਾਂ ਰਾਜਨੀਤਿਕ ਤੀਰਾਂ ਤੇ ਸੱਟਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ, ਜੋ ਸਾਡੇ ਮੋਦਵਾਰ ਧਿਆਨ ਦਿੰਦੇ ਹੀ ਨਹੀਂ। ਪਰ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹੰਕਾਰ ਤੋੜਨ ਦੇ ਲਈ ਉਸ ਨੂੰ ਰਾਜਨੀਤਿਕ ਸੱਟ ਹੀ ਮਾਰਨੀ ਪੈਂਦੀ ਆ, ਕਿਉਂਕਿ ਅਗਰ ਕਿਸਾਨ ਮਿਲ ਕੇ ਹਰਿਆਣੇ ਦੇ ਵਿੱਚ ਬੀਜੇਪੀ ਸਰਕਾਰ ਸਿੱਟਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਤਾਂ ਕੇਂਦਰ 'ਚ ਬੈਠੀ ਬੀਜੇਪੀ ਦੇ ਤੋਤੇ ਉੱਡ ਜਾਣੇ ਆ। ਜੂੰ ਸਰਕਣਾ ਤਾਂ ਬਹੁਤ ਛੋਟੀ ਗੱਲ ਹੁੰਦੀ ਆ ਤੇ ਸਾਨੂੰ ਇਸ ਕਰਕੇ ਸਾਨੂੰ ਇਹਨਾਂ ਰਾਜਨੀਤਿਕ ਪਹਾੜਿਆਂ ਨੂੰ ਸਮਝਣਾ ਪੈਣਾ ਹੈ, ਕਿਉਂਕਿ ਧਰਨੇ ਦੇ ਕੇ ਰੇਲਾਂ ਰੋਕ ਕੇ ਸਰਕਾਰ ਚਲਾਉਣ ਵਿੱਚ ਤਾਂ ਫਰਕ ਪੈ ਸਕਦਾ, ਪਰ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ। ਇਹਨਾਂ ਨੂੰ ਫਰਕ ਪਾਉਣ ਲਈ ਇਹਨਾਂ ਦੀਆਂ ਵੋਟਾਂ ਤੇ ਸੱਟ ਮਾਰਨੀ ਬਹੁਤ ਜ਼ਿਆਦਾ ਜ਼ਰੂਰੀ ਆ। ਹੁਣ ਆਖਿਰ ਦੇ ਵਿੱਚ ਗੱਲ ਕਰਦੇ ਹਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੋਣ ਜਾ ਰਹੇ 19 ਤਰੀਕ ਦੇ ਸੈਸ਼ਨ ਬਾਰੇ, ਜਿਹਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਕੈਪਟਨ ਸਰਕਾਰ ਸਿਰਫ ਇਸ ਖੇਤੀਬਾੜੀ ਬਿੱਲ ਦੇ ਵਿਰੋਧ ਦੇ ਵਿੱਚ ਮਤਾ ਪਾਉਂਦੇ ਨੇ ਜਾਂ ਜੋ ਸਹੀ ਮਾਇਨੇ ਦੇ ਵਿੱਚ ਪਾਉਣਾ ਚਾਹੀਦਾ ਹੈ, ਜਿਹਦੇ ਲਈ ਸੋਨੀਆ ਗਾਂਧੀ ਨੇ ਆਪਣੇ 5 ਕਾਂਗਰਸ ਦੇ ਰਾਜਾਂ ਨੂੰ ਚਿੱਠੀ ਵੀ ਲਿਖੀ ਸੀ ਕਿ ਆਰਟੀਕਲ 254 ਭਾਗ 2 ਦੇ ਤਹਿਤ ਇਸ ਖੇਤੀਬਾੜੀ ਬਿੱਲ ਨੂੰ ਆਪਣੇ ਆਪਣੇ ਰਾਜਾਂ ਦੇ ਵਿੱਚ ਰੱਦ ਕਰਨ ਦਾ ਮਤਾ ਪਾਇਆ ਜਾਵੇ। ਕੀ ਇਹ ਮਤਾ ਪਾਉਣਗੇ ਕੈਪਟਨ ਸਾਹਿਬ? ਕਿਉਂਕਿ ਆਰਟੀਕਲ 254 ਭਾਗ 2 ਰਾਜ ਸਰਕਾਰਾਂ ਨੂੰ ਇਹ ਹੱਕ ਦਿੰਦਾ ਕਿ ਰਾਜ ਸਰਕਾਰਾਂ ਸੈਂਟਰ ਸਰਕਾਰ ਵੱਲੋਂ ਇਸ ਖੇਤੀਬਾੜੀ ਬਿੱਲ ਨੂੰ ਲਾਗੂ ਨਾ ਕਰਕੇ ਰੱਦ ਕਰਨ ਦਾ ਮਤਾ ਪਾ ਸਕਦੀਆਂ ਨੇ ਵਿਧਾਨ ਸਭਾ ਦੇ ਵਿੱਚ, ਤੇ ਉਸ ਤੋਂ ਬਾਅਦ ਅਗਰ ਰਾਸ਼ਟਰਪਤੀ ਇਸ ਤੇ ਮੋਹਰ ਲਾ ਦੇਵੇ ਤਾਂ ਇਹ ਬਿੱਲ ਉਹਨਾਂ ਰਾਜਾਂ ਦੇ ਵਿੱਚ ਲਾਗੂ ਨਹੀਂ ਹੋਣਗੇ।
ਤੇ ਮਮਤਾ ਬੈਨਰਜੀ ਜੋ ਇਸ ਬਿੱਲ ਦੇ ਖਿਲਾਫ ਸਭ ਤੋਂ ਵਧੀਆ ਫਾਈਟ ਕਰ ਰਹੀ ਆ ਤੇ ਪੂਰੇ ਇੰਡੀਆ ਦੀ ਇਕੱਲੀ ਸੀਐਮ ਆ ਜਿਸ ਨੇ ਇਸ ਬਿੱਲ ਦੇ ਖਿਲਾਫ ਧਰਨਾ ਤੱਕ ਦੇ ਦਿੱਤਾ, ਉਹ ਵੀ ਇਹ ਮਤਾ ਪਾਉਣ ਨੂੰ ਆਪਣੀ ਵਿਧਾਨ ਸਭਾ ਦੇ ਵਿੱਚ ਤਿਆਰ ਆ। ਤੇ ਉਸ ਤੋਂ ਬਾਅਦ ਆਉਂਦੇ ਅਰਵਿੰਦ ਕੇਜਰੀਵਾਲ ਸਾਹਿਬ ਜੋ ਵਾਕਈ ਹੀ ਇਸ ਬਿੱਲ ਦੇ ਖਿਲਾਫ ਆ ਤੇ ਇਸ ਬਿੱਲ ਦਾ ਸਹੀ ਮਾਇਨੇ ਦੇ ਵਿੱਚ ਵਿਰੋਧ ਕਰ ਰਹੇ ਆ, ਤਾਂ ਉਹਨਾਂ ਨੂੰ ਵੀ ਆਪਣੀ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਉਣ 'ਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਤੇ ਜੇ ਅਰਵਿੰਦ ਕੇਜਰੀਵਾਲ, ਮਮਤਾ ਬੈਨਰਜੀ ਤੇ ਕਾਂਗਰਸ ਦੀਆਂ 5 ਰਾਜ ਮਿਲ ਕੇ 7 ਰਾਜ ਬਣਦੇ ਨੇ, ਜੇ 7 ਰਾਜ ਮਿਲ ਕੇ ਇਹ ਮਤਾ ਪਾਉਣ ਤਾਂ ਇਹ ਕੋਈ ਛੋਟੀ ਗੱਲ ਨਹੀਂ ਹੈਗੀ, ਕਿਉਂਕਿ ਸਿਰਫ ਵਿਰੋਧ ਕਰਨ ਦਾ ਮਤਾ ਇੰਨਾ ਇਫੈਕਟ ਨਹੀਂ ਪਾਉਂਦਾ ਜਿੰਨਾ ਕਿ ਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਵਿਧਾਨ ਸਭਾ ਦੀ ਪਾਵਰ ਨੂੰ ਯੂਜ਼ ਕਰਕੇ ਇਹਨਾਂ ਧਰਾਵਾਂ ਦੇ ਥੱਲੇ 7 ਰਾਜ ਉਸ ਬਿੱਲ ਨੂੰ ਰੱਦ ਕਰਨ ਦਾ ਮਤਾ ਪਾਉਣਗੇ ਜਿੰਨਾ ਇਫੈਕਟ ਉਹ ਪਾਉਂਦਾ। ਤੇ ਇਹ ਤਰੀਕਾ ਇੱਕ ਵੱਖਰੇ ਤਰੀਕੇ ਦੇ ਨਾਲ ਸੈਂਟਰ ਨੂੰ ਗੋਡੇ ਟੇਕਣ ਤੱਕ ਮਜਬੂਰ ਕਰੇ। ਤੁਹਾਨੂੰ ਜੇ ਮੇਰੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਮੇਰੀਆਂ ਸਾਰੀਆਂ ਅਪਡੇਟਸ ਤੇ ਇਦਾਂ ਦੀਆਂ ਜਾਣਕਾਰੀਆਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ।